ਟੋਟਲ 29 ਕੰਟਰੀ ਨੇ ਇੰਡੀਆ ਜਿਨ੍ਹਾਂ ਨੂੰ ਪੈਟਰੋਲ ਔਰ ਡੀਜ਼ਲ ਦਿੰਦਾ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਬੰਗਲਾਦੇਸ਼ ਨੂੰ 12 ਰੁਪਏ 34 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਦੇ ਰਹੀ ਆ। ਬ੍ਰਾਜ਼ੀਲ ਨੂੰ 31 ਰੁਪਏ 25 ਪੈਸੇ ਦੇ ਹਿਸਾਬ ਦੇ ਨਾਲ। ਮਾਲਟਾ ਆ ਕੰਟਰੀ, ਇਹਨੂੰ 25 ਰੁਪਏ 94 ਪੈਸੇ ਦੇ ਹਿਸਾਬ ਦੇ ਨਾਲ। ਨੀਦਰਲੈਂਡ ਨੂੰ 12 ਰੁਪਏ 34 ਪੈਸੇ ਦੇ। ਟਰਕੀ ਨੂੰ ਦਿੱਤਾ ਜਾ ਰਿਹਾ 22 ਰੁਪਏ 22 ਪੈਸੇ ਦੇ ਹਿਸਾਬ ਨਾਲ। ਅਤੇ ਦੇਖੋ 12 ਰੁਪਏ 31 ਰੁਪਏ 25 ਰੁਪਏ 29 ਰੁਪਏ 12 15 22 ਅਤੇ ਜਦ ਕਿ ਸਾਡੇ ਕੰਟਰੀ ਦੇ ਵਿੱਚ ਡੀਜ਼ਲ ਜਿਹੜਾ ਆ 83 84 85 ਰੁਪਏ ਸਾਡੇ ਲੋਕਾਂ ਨੂੰ ਵੇਚਿਆ ਜਾ ਰਿਹਾ। ਹੁਣ ਮਲੇਸ਼ੀਆ ਦੇ ਵਿੱਚ ਕਿਹੜਾ ਤੁਸੀਂ ਮੈਨੂੰ ਦੱਸੋ ਕਰੂਡ ਨਿਕਲਦਾ? ਅੱਛਾ, ਸਿੰਗਾਪੁਰ ਦੇ ਵਿੱਚ ਕਿੱਥੇ ਨਿਕਲਦਾ? ਫਿਲੀਪੀਨਸ ਦੇ ਵਿੱਚ ਕਿੱਥੇ ਨਿਕਲਦਾ? ਅਰਜਨਟੀਨਾ ਦੇ ਵਿੱਚ ਕਿੱਥੇ ਨਿਕਲਦਾ? ਬੰਗਲਾਦੇਸ਼ ਦੇ ਵਿੱਚ ਕਿੱਥੇ ਨਿਕਲਦਾ? ਇਹ ਉਹ ਕੰਟਰੀ ਨੇ ਜਿੱਥੇ ਕਰੂਡ ਨਿਕਲਦਾ ਹੀ ਹੈ ਨਹੀਂ ਗਾ। ਪਰ ਫਿਰ ਵੀ ਇਹਨਾਂ ਨੂੰ ਜਿਹੜਾ ਡੀਜ਼ਲ ਹੈ ਉਹ 20 21 22 23 24 ਰੁਪਏ ਤੱਕ ਪਰ ਲੀਟਰ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ। ਔਰ ਸਾਨੂੰ ਇਹੀ ਡੀਜ਼ਲ ਭਾਰਤ ਵਾਸੀਆਂ ਨੂੰ 85 84 85 ਰੁਪਏ ਹਿਸਾਬ ਦੇ ਨਾਲ, ਜਿਹੜਾ 2018-19 ਦੇ ਵਿੱਚ ਅਸੀਂ ਆਰਡਰ ਲੜ ਕੇ ਲਿੱਤਾ, ਜਿਹਦੇ ਵਿੱਚ ਇਹ ਕਲੀਅਰ ਹੋਇਆ ਕਿ ਇਹ ਟ੍ਰੇਡ ਸੀਕਰੇਟ ਨਹੀਂ ਹੈ, ਵੀ ਇਹ ਇਨਫੋਰਮੇਸ਼ਨ ਭਾਰਤ ਦਾ ਕੋਈ ਵੀ ਨਾਗਰਿਕ ਲੈ ਸਕਦਾ। ਇਹ ਕੇਸ ਰੋਹਿਤ ਸੱਭਰਵਾਲ ਵਰਸਸ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਚੱਲਿਆ। ਧੱਕੇ ਦੀ ਗੱਲ ਇਹ ਆ ਕਿ ਮੰਨ ਲਓ ਜੇ ਕੋਈ ਬੰਦਾ 3000 ਰੁਪਏ ਦਾ ਗੱਡੀ 'ਚ ਪੈਟਰੋਲ ਪਵਾਉਂਦਾ ਜਾਂ ਡੀਜ਼ਲ ਪਵਾਉਂਦਾ, ਤਾਂ ਇਹ ਸਮਝੋ ਵੀ 800 ਰੁਪਏ ਦਾ ਹੀ ਉਹਨੂੰ ਸਮਾਨ ਮਿਲਿਆ, 2200 ਰੁਪਈਆ ਤਾਂ ਉਹਨੇ ਟੈਕਸੀ ਪੇ ਕਰ ਦਿੱਤਾ। ਸਾਡਾ ਕੀ ਕਸੂਰ ਆ? ਅਸੀਂ ਭਾਰਤੀ ਹਾਂ, ਤਾਂ ਕਰਕੇ ਸਾਨੂੰ ਇਹ ਮਹਿੰਗਾ ਦਿੱਤਾ ਜਾ ਰਿਹਾ। ਅਤੇ ਬਾਹਰਲੇ ਦੇਸ਼ਾਂ ਨੂੰ 6 ਰੁਪਈਏ ਤੋਂ ਲੈ ਕੇ 20 22 25 ਰੁਪਏ ਤੱਕ ਦਿੱਤਾ ਜਾ ਰਿਹਾ। ਇੰਨਾ ਹਿਊਜ ਟੈਕਸ ਗੌਰਮੈਂਟ ਸਾਡੇ 'ਤੇ ਲਾ ਰਹੀ ਹੈ। ਇਹ ਟੈਕਸ ਤਾਂ ਇੰਨਾ ਜਿਹੜਾ ਔਰੰਗਜ਼ੇਬ ਦੇ ਟਾਈਮ 'ਤੇ ਜਾਂ ਕਹਿ ਲਓ ਵੀ ਮੁਗਲਾਂ ਦੇ ਟਾਈਮ ਦੇ ਉੱਤੇ ਇੰਨਾ ਟੈਕਸ ਲੱਗਦਾ ਹੁੰਦਾ ਸੀ, ਜਾਂ ਅੰਗਰੇਜ਼ਾਂ ਦੇ ਵੇਲੇ ਇੰਨੇ ਟੈਕਸ ਲੱਗਦੇ ਹੁੰਦੇ ਸੀ। ਆ ਪਹਿਲੀ ਵਾਰੀ ਦੇਖਿਆ ਵੀ ਇੰਨਾ ਟੈਕਸ ਜਿਹੜਾ ਤੁਸੀਂ ਇਹਨੂੰ ਸਿੱਧੇ ਤਰੀਕੇ ਦੇ ਨਾਲ ਗੌਰਮੈਂਟ GST ਦੇ ਦਾਇਰੇ ਦੇ ਵਿੱਚ ਲੈ ਕੇ ਕਿਉਂ ਨਹੀਂ ਆਉਂਦੀ, ਤਾਂ ਕਿ ਲੋਕਾਂ ਨੂੰ ਰਿਲੀਫ ਮਿਲੇ। ਲੁੱਟ ਤਾਂ ਦੋਨੇ ਰਹੇ ਨੇ। ਪੰਜਾਬ ਸਰਕਾਰ ਕਿਹੜਾ ਟੈਕਸ ਘੱਟ ਲੈ ਰਹੀ ਆ, ਜਾਂ ਸੈਂਟਰ ਗੌਰਮੈਂਟ ਕਿਹੜਾ ਘੱਟ ਕਰ ਰਹੀ ਆ? ਘੱਟ ਕੋਈ ਵੀ ਨਹੀਂ ਕਰਦਾ ਪਿਆ, ਪਿਸਦਾ ਤਾਂ ਆਮ ਆਦਮੀ ਪਿਆ। ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਲਗਾਤਾਰ ਆਸਮਾਨ ਛੂ ਰਹੇ ਨੇ। ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਰੇਟਾਂ ਕਰਕੇ ਇਹ ਹਰ ਵਰਗ ਦੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਮਹਿੰਗਾਈ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਕਰਕੇ ਆਸਮਾਨ ਛੂ ਰਹੀ ਆ, ਜਿੱਥੇ ਦੇਸ਼ ਦੀ ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। ਜੇਕਰ ਗੱਲ ਕਰੀਏ ਪੈਟਰੋਲ ਅਤੇ ਡੀਜ਼ਲ ਦੀ, ਪੈਟਰੋਲ ਦਾ ਰੇਟ ਜਿਹੜਾ 93 ਰੁਪਏ ਤੋਂ ਪਾਰ ਕਰ ਚੁੱਕਾ, ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਸੈਂਕੜਾ ਮਾਰ ਚੁੱਕਿਆ ਪੂਰਾ। ਇਸ ਤੋਂ ਇਲਾਵਾ ਡੀਜ਼ਲ ਦਾ ਰੇਟ ਵੀ ਜਿਹੜਾ 83 ਤੋਂ ਲੈ ਕੇ 85 ਰੁਪਏ ਤੱਕ ਹੋ ਚੁੱਕਿਆ। ਹਰ ਵਰਗ ਦੇ ਲੋਕ, ਸਿਆਸੀ ਪਾਰਟੀਆਂ, ਹਰ ਵਰਗ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਰੇਟਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪਰ ਦੇਸ਼ ਦੀ ਸਰਕਾਰ ਹਾਲੇ ਤੱਕ ਇਹਨਾਂ ਗੱਲਾਂ ਤੇ ਸੁਣਵਾਈ ਨਹੀਂ ਕਰ ਰਹੀ। ਲੇਕਿਨ ਪਰ ਇਸ ਦੇ ਉਲਟ ਇੱਕ ਵੱਡਾ ਖੁਲਾਸਾ ਹੋਇਆ ਹੈਗਾ ਸੂਚਨਾ ਦੇ ਅਧਿਕਾਰ ਤਹਿਤ। ਆਏ ਦਿਨ ਅਸੀਂ ਕੋਈ ਨਾ ਕੋਈ ਤੁਹਾਨੂੰ ਸੂਚਨਾ ਦੇ ਅਧਿਕਾਰ ਤੱਕ ਮਿਲੀਆਂ ਜਾਣਕਾਰੀਆਂ ਤੇ ਅਹਿਮ ਜਾਣਕਾਰੀਆਂ ਜਿਹੜੀਆਂ ਦਿੰਦੇ ਰਹਿੰਦੇ ਆ। ਸਮਾਜ ਸੇਵੀ ਰੋਹਿਤ ਸੱਭਰਵਾਲ ਵੱਲੋਂ ਆਏ ਦਿਨ ਕੋਈ ਨਾ ਕੋਈ ਜਿਹੜਾ ਸਰਕਾਰ ਦੇ ਇਹ ਜਿਹੜੇ ਘਿਨਾਉਣੇ ਕੰਮ ਨੇ ਉਹਨਾਂ ਦੇ ਖੁਲਾਸੇ ਕੀਤੇ ਜਾਂਦੇ ਨੇ। ਹੁਣ ਵੱਡਾ ਸਭ ਤੋਂ ਗੱਲ ਹੈ ਇਸ ਟਾਈਮ ਪੈਟਰੋਲ ਅਤੇ ਡੀਜ਼ਲ ਦਾ ਮਾਮਲਾ ਹੈਗਾ, ਉਸ ਦੇ ਵਿੱਚ ਵੀ ਇੱਕ ਵੱਡਾ ਖੁਲਾਸਾ ਹੋਇਆ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਸਾਡੇ ਦੇਸ਼ ਦੀ ਸਰਕਾਰ ਦੂਸਰੇ ਦੇਸ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਜਿਹੜਾ ਹੈਗਾ ਕਿੰਨਾ ਭਾਵਾਂ 'ਤੇ ਦਿੰਦੀ ਆ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਉਹ ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ 83 ਰੁਪਏ ਡੀਜ਼ਲ ਜਾਂ ਮਿਲਦਾ ਅਤੇ ਪੈਟਰੋਲ 93 ਤੋਂ ਜ਼ਿਆਦਾ ਮਿਲਦਾ, ਉਹਨਾਂ ਦੇਸ਼ਾਂ ਨੂੰ ਤਕਰੀਬਨ ਜੇਕਰ ਗੱਲ ਕਰੀਏ 12 ਰੁਪਏ ਦੇ ਹਿਸਾਬ ਨਾਲ ਡੀਜ਼ਲ ਅਤੇ ਕੁਝ ਪੈਸਿਆਂ ਦੇ ਹਿਸਾਬ ਨਾਲ ਡੀਜ਼ਲ ਅਤੇ 17-18 ਰੁਪਏ ਦੇ ਹਿਸਾਬ ਨਾਲ ਪੈਟਰੋਲ ਅਲੱਗ-ਅਲੱਗ ਦੇਸ਼ਾਂ ਨੂੰ ਅਲੱਗ-ਅਲੱਗ ਰੇਟ ਦੇ ਹਿਸਾਬ ਨਾਲ ਵੇਚਿਆ ਜਾਂਦਾ, ਜਿਹਦਾ ਕਿ ਸੂਚਨਾ ਦੇ ਅਧਿਕਾਰ ਤਹਿਤ ਖੁਲਾਸਾ ਹੋਇਆ। ਗੱਲ ਕਰਾਂਗੇ ਰੋਹਿਤ ਸੱਭਰਵਾਲ ਜੀ ਨਾਲ। ਰੋਹਿਤ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਖੁਲਾਸਾ ਹੋਇਆ ਹੈਗਾ? ਇਸ ਤਰ੍ਹਾਂ ਜੀ ਕਿ ਸਨ 2017-18 ਦੇ ਵਿੱਚ ਵੀ ਮੈਂ ਇੱਕ ਡਿਟੇਲ ਕਢਵਾਈ ਸੀ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਵੀ ਇੰਡੀਆ ਕਿਹੜੇ ਕੰਟਰੀਆਂ ਨੂੰ ਪੈਟਰੋਲ ਡੀਜ਼ਲ ਵੇਚਦਾ ਔਰ ਕੀ ਭਾਅ ਵੇਚਦਾ। ਅਤੇ ਉਦੋਂ ਮੈਨੂੰ ਇਨਫੋਰਮੇਸ਼ਨ ਦੇਣ ਦੇ ਵਿੱਚ ਇਹਨਾਂ ਨੇ ਬਹੁਤ ਸਾਰਾ ਟਾਈਮ ਲਗਾਤਾ। ਇਹਨਾਂ ਨੇ ਇਹਨੂੰ ਵੱਖਰੀਆਂ ਕੰਪਨੀਆਂ ਨੇ RTI ਐਕਟ 'ਚ ਇਹ ਕਹਿ ਕੇ ਦੇਣੋਂ ਮਨਾ ਕਰ ਦਿੱਤਾ ਕਿ ਟ੍ਰੇਡ ਸੀਕਰੇਟ ਹੈ। ਅਤੇ ਹੁਣ ਜਦੋਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਕਲੀਅਰ ਕਰ ਦਿੱਤਾ ਵੀ ਇਹ ਕੋਈ ਟ੍ਰੇਡ ਸੀਕਰੇਟ ਨਹੀਂ ਹੈ, ਇਹ ਇਨਫੋਰਮੇਸ਼ਨ ਦੇਣੀ ਪੈਣੀ ਹੈ ਹਰ ਹਾਲਤ ਦੇ ਵਿੱਚ।
ਤੇ ਹੁਣ ਮੈਂ ਸਭ ਤੋਂ ਪਹਿਲਾਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਗੱਲ ਕਰੂੰਗਾ, ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਹੈ। ਟੋਟਲ 29 ਕੰਟਰੀ ਨੇ ਇੰਡੀਆ ਜਿਨ੍ਹਾਂ ਨੂੰ ਪੈਟਰੋਲ ਔਰ ਡੀਜ਼ਲ ਦਿੰਦਾ, ਜਿਹਦੇ 'ਚੋਂ 24 ਦੇ ਕਰੀਬ ਤਾਂ ਹੈਗੇ ਆ ਜਿਨ੍ਹਾਂ ਨੂੰ ਡੀਜ਼ਲ ਪ੍ਰੋਵਾਈਡ ਕੀਤਾ ਜਾਂਦਾ, ਔਰ 5 ਦੇ ਕਰੀਬ ਹੈ ਜਿਹੜੇ ਜਿਨ੍ਹਾਂ ਨੂੰ ਪੈਟਰੋਲ ਦਿੱਤਾ ਜਾ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਡੀਜ਼ਲ ਦਿੱਤਾ ਜਾ ਰਿਹਾ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਬੰਗਲਾਦੇਸ਼ ਨੂੰ 12 ਰੁਪਏ 34 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਦੇ ਰਹੀ ਆ। ਬੰਗਲਾਦੇਸ਼ ਨੂੰ, ਬ੍ਰਾਜ਼ੀਲ ਨੂੰ 31 ਰੁਪਏ 25 ਪੈਸੇ ਦੇ ਹਿਸਾਬ ਦੇ ਨਾਲ ਜਿਹੜਾ ਆ ਪਰ ਲੀਟਰ ਜਿਹੜਾ ਡੀਜ਼ਲ ਦਿੱਤਾ ਜਾ ਰਿਹਾ। ਮਾਲਟਾ ਆ ਕੰਟਰੀ, ਇਹਨੂੰ 25 ਰੁਪਏ 94 ਪੈਸੇ ਦੇ ਹਿਸਾਬ ਦੇ ਨਾਲ ਪਰ ਲੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਪ੍ਰੋਵਾਈਡ ਕੀਤਾ ਜਾ ਰਿਹਾ, ਭਾਰਤ ਸਰਕਾਰ ਦੇ ਰਹੀ ਆ। ਔਰ ਮੋਜ਼ਾਂਬਿਕ ਹੈ, ਮੋਜ਼ਾਂਬਿਕ ਨੂੰ 29 ਰੁਪਏ 7 ਪੈਸੇ ਦੇ ਹਿਸਾਬ ਦੇ ਨਾਲ ਦਿੱਤਾ ਜਾ ਰਿਹਾ ਆ। ਨੀਦਰਲੈਂਡ ਨੂੰ 12 ਰੁਪਏ 34 ਪੈਸੇ ਦੇ ਹਿਸਾਬ ਦੇ ਨਾਲ ਪਰ ਲੀਟਰ ਡੀਜ਼ਲ ਦਿੱਤਾ ਜਾ ਰਿਹਾ। ਟੋਗੋ ਕੰਟਰੀ ਹੈ ਜੀ, ਟੋਗੋ ਨੂੰ 15 ਰੁਪਏ ਦੇ ਹਿਸਾਬ ਦੇ ਨਾਲ ਪਰ ਲੀਟਰ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ। ਔਰ ਟਰਕੀ ਨੂੰ ਦਿੱਤਾ ਜਾ ਰਿਹਾ 22 ਰੁਪਏ 22 ਪੈਸੇ ਦੇ ਹਿਸਾਬ ਨਾਲ। ਇਹ ਜਿਹੜੇ ਰੇਟ ਸੀ ਇਹ ਇਹਨਾਂ ਨੇ ਮੈਨੂੰ USD ਔਰ ਬੈਰਲ ਦੇ ਵਿੱਚ ਦਿੱਤੇ ਸੀਗੇ। ਔਰ ਮੈਂ ਫਿਰ ਇੰਟਰਨੈਟ ਦੀ ਮਦਦ ਦੇ ਨਾਲ, ਕਿਉਂਕਿ ਅੱਜ US ਡਾਲਰ ਦਾ ਰੇਟ ਲਗਭਗ 75 ਰੁਪਏ ਚੱਲ ਰਿਹਾ, ਅੰਦਾਜ਼ਾ ਜਿਹਾ ਲਾ ਲਈਏ। ਬੈਰਲ ਜਿਹੜਾ ਆ ਉਹ ਤਕਰੀਬਨ 159 ਲੀਟਰ ਦਾ 159 ਲੀਟਰ ਦਾ ਬੈਰਲ ਹੁੰਦਾ। ਉਹ ਸਾਰੀ ਕੈਲਕੂਲੇਸ਼ਨ ਕਰਕੇ ਮੈਂ ਆਹ ਰੇਟ ਕੱਢੇ ਨੇ। ਅਤੇ ਦੇਖੋ 12 ਰੁਪਏ 31 ਰੁਪਏ 25 ਰੁਪਏ 29 ਰੁਪਏ 12 15 22, ਅਤੇ ਜਦ ਕਿ ਸਾਡੇ ਕੰਟਰੀ ਦੇ ਵਿੱਚ ਡੀਜ਼ਲ ਜਿਹੜਾ ਆ 83 84 85 ਰੁਪਏ ਸਾਡੇ ਲੋਕਾਂ ਨੂੰ ਵੇਚਿਆ ਜਾ ਰਿਹਾ। ਇਹ ਹੈਗਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦਾ ਡਾਟਾ, ਜਿਹੜਾ ਕਿ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਸਭ ਤੋਂ ਪਹਿਲਾਂ ਜੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ। ਇੰਡੀਅਨ ਆਇਲ ਕਾਰਪੋਰੇਸ਼ਨ ਅਰਜਨਟੀਨਾ ਨੂੰ 21 ਰੁਪਏ 12 ਪੈਸੇ ਦੇ ਹਿਸਾਬ ਦੇ ਨਾਲ ਇੰਡੀਆ, ਕਿਉਂਕਿ ਇਹ ਡਾਟਾ ਮੀਟ੍ਰਿਕ ਟਨ ਦੇ ਵਿੱਚ ਆ ਗਿਆ, ਇੰਡੀਅਨ ਰੁਪੀਜ਼ ਮੀਟ੍ਰਿਕ ਟਨ, 1 ਮੀਟ੍ਰਿਕ ਟਨ ਡੀਜ਼ਲ ਜਿਹੜਾ ਆ 1229.94 ਲੀਟਰ ਬਣਦਾ, ਔਰ ਪੈਟਰੋਲ ਜਿਹੜਾ 1356.45 ਲੀਟਰ ਮੀਟ੍ਰਿਕ ਟਨ ਦੇ ਹਿਸਾਬ ਨਾਲ। ਤਾਂ ਅਸੀਂ ਉਹ ਕੈਲਕੂਲੇਸ਼ਨ ਉਹਦੇ ਹਿਸਾਬ ਦੇ ਨਾਲ ਕੱਢ ਲਈ ਆ। ਅਰਜਨਟੀਨਾ ਨੂੰ 21 ਰੁਪਏ 12 ਰੁਪਏ ਲੀਟਰ ਦੇ ਹਿਸਾਬ ਦੇ ਨਾਲ, ਆਸਟ੍ਰੇਲੀਆ ਨੂੰ 21 ਰੁਪਏ 97 ਪੈਸੇ, ਬੰਗਲਾਦੇਸ਼ ਨੂੰ 21 ਰੁਪਏ 99 ਪੈਸੇ, ਬ੍ਰਾਜ਼ੀਲ ਨੂੰ 23 ਰੁਪਏ 41 ਪੈਸੇ, ਇਰਾਕ ਨੂੰ 23 ਰੁਪਏ 43 ਪੈਸੇ, ਮਲੇਸ਼ੀਆ ਨੂੰ 32 ਰੁਪਏ 77 ਪੈਸੇ, ਔਰ ਮੋਜ਼ਾਂਬਿਕ ਨੂੰ 21 ਰੁਪਏ 33 ਪੈਸੇ, ਓਮਾਨ ਨੂੰ 26 ਰੁਪਏ 44 ਪੈਸੇ, ਫਿਲੀਪੀਨਜ਼ ਨੂੰ 23 ਰੁਪਏ 3 ਪੈਸੇ, ਸਿੰਗਾਪੁਰ ਨੂੰ 22 ਰੁਪਏ 9 ਪੈਸੇ, ਔਰ UAE ਨੂੰ 19 ਰੁਪਏ 18 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਜਿਹੜਾ ਆ ਭਾਰਤ ਸਰਕਾਰ ਵੱਲੋਂ ਵੇਚਿਆ ਜਾਂਦਾ ਪਿਆ ਇੰਡੀਅਨ ਆਇਲ ਕਾਰਪੋਰੇਸ਼ਨ ਦੁਆਰਾ। ਔਰ ਇਹਦੇ ਵਿੱਚ ਪੈਟਰੋਲ ਜਿਹੜਾ ਆ ਉਹ ਬੰਗਲਾਦੇਸ਼ ਨੂੰ 23 ਰੁਪਏ 16 ਪੈਸੇ ਦੇ ਹਿਸਾਬ ਨਾਲ ਜੀ, ਮਲੇਸ਼ੀਆ ਨੂੰ 16 ਰੁਪਏ 92 ਪੈਸੇ ਦੇ ਹਿਸਾਬ ਨਾਲ, ਸਿੰਗਾਪੁਰ ਨੂੰ 13 ਰੁਪਏ 48 ਪੈਸੇ ਦੇ ਹਿਸਾਬ ਨਾਲ ਜੀ, UAE ਨੂੰ 6 ਰੁਪਏ 15 ਪੈਸੇ। ਸਾਡੇ ਤਾਂ ਇੱਥੇ ਮੇਰੇ ਖਿਆਲ ਨਾਲ 20 ਰੁਪਏ ਪਾਣੀ ਦੀ ਬੋਤਲ ਮਿਲਦੀ ਲੀਟਰ ਦੀ, ਅਤੇ ਇਹ ਉਹਨਾਂ ਨੂੰ 6 ਰੁਪਏ 15 ਪੈਸੇ ਲੀਟਰ ਦੇ ਹਿਸਾਬ ਨਾਲ UAE ਨੂੰ ਇਹ ਪੈਟਰੋਲ ਹੀ ਰਿਫਾਈਨ ਕਰਕੇ, ਮਤਲਬ ਕਰੂਡ ਮੰਗਵਾਉਂਦੇ ਹੋਣੇ ਆ, ਰਿਫਾਈਨ ਕਰਕੇ ਪੈਟਰੋਲ ਉਹਦੇ ਇਵਜ਼ ਦੇ ਵਿੱਚ ਉਹਨਾਂ ਨੂੰ ਇਹ 6 ਰੁਪਏ 15 ਪੈਸੇ। ਕੁਝ ਦੇਸ਼ ਇਸ ਤਰ੍ਹਾਂ ਦੇ ਵੀ ਨੇ ਜਿੱਥੇ ਪੈਟਰੋਲ, ਜਿਵੇਂ ਇਰਾਕ ਦਾ ਵੀ ਜ਼ਿਕਰ ਸੀਗਾ ਵੀ ਉਹਨਾਂ ਨੂੰ ਪੈਟਰੋਲ ਡੀਜ਼ਲ ਦਿੰਦੇ ਨੇ, ਉਹ ਕੀ ਕਾਰਨ ਹੈ, ਉਹ ਵੀ ਕੀ ਕਾਰਨ ਹੈ, ਹੋਰ ਵੀ ਕਿਹੜੀ ਰਿਫਾਈਨਰੀ ਵੱਲੋਂ ਤੁਸੀਂ ਮੰਗਾਇਆ ਗਿਆ ਹੈ? ਦੇਖੋ ਇਹਦੇ 'ਚ ਦੋ ਤਰ੍ਹਾਂ ਦੀਆਂ ਗੱਲਾਂ। ਕੁਛ ਇੱਕ ਕੰਟਰੀ ਇੱਦਾਂ ਦੇ ਨੇ ਜਿੱਥੇ ਕਰੂਡ ਹੁੰਦਾ, ਉਹ ਰਿਫਾਈਨਰੀ ਇਹਨਾਂ ਕੋਲ ਲੱਗੀਆਂ, ਰਿਫਾਈਨ ਇਹਨਾਂ ਕੋਲ ਕਰਾ ਲੈਂਦੇ ਹੋਣੇ ਆ, ਇਹਨਾਂ ਨੇ ਫਿਰ ਰੇਟ ਕੀਤੇ ਹੋਣੇ ਆ ਵੀ ਅਸੀਂ ਇਸ ਹਿਸਾਬ ਦੇ ਇੰਨੇ ਰੁਪਏ ਪਰ ਲੀਟਰ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਸੇਲ ਕਰ ਦਾਂਗੇ। ਹੁਣ ਮਲੇਸ਼ੀਆ ਦੇ ਵਿੱਚ ਕਿਹੜਾ ਤੁਸੀਂ ਮੈਨੂੰ ਦੱਸੋ ਕਰੂਡ ਨਿਕਲਦਾ?
ਅੱਛਾ, ਸਿੰਗਾਪੁਰ ਦੇ ਵਿੱਚ ਕਿੱਥੇ ਨਿਕਲਦਾ, ਫਿਲੀਪੀਨਸ ਦੇ ਵਿੱਚ ਕਿੱਥੇ ਨਿਕਲਦਾ, ਅਰਜਨਟੀਨਾ ਦੇ ਵਿੱਚ ਕਿੱਥੇ ਨਿਕਲਦਾ, ਬੰਗਲਾਦੇਸ਼ ਦੇ ਵਿੱਚ ਕਿੱਥੇ ਨਿਕਲਦਾ। ਇਹ ਉਹ ਕੰਟਰੀ ਨੇ ਜਿੱਥੇ ਕਰੂਡ ਨਿਕਲਦਾ ਹੀ ਹੈ ਨਹੀਂ ਗਾ। ਪਰ ਫਿਰ ਵੀ ਇਹਨਾਂ ਨੂੰ ਜਿਹੜਾ ਡੀਜ਼ਲ ਹੈ ਉਹ 20, 21, 22, 23, 24 ਰੁਪਏ ਤੱਕ ਪਰ ਲੀਟਰ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ। ਔਰ ਸਾਨੂੰ ਇਹੀ ਡੀਜ਼ਲ ਭਾਰਤ ਵਾਸੀਆਂ ਨੂੰ 85, 84, 85 ਰੁਪਏ ਹਿਸਾਬ ਦੇ ਨਾਲ। ਔਰ ਪੈਟਰੋਲ ਜਿਹੜਾ ਆ ਹੁਣ ਸਿੰਗਾਪੁਰ ਦੇ ਵਿੱਚ ਕੋਈ ਕਰੂਡ ਨਹੀਂ ਨਿਕਲਦਾ, ਬੰਗਲਾਦੇਸ਼ 'ਚ ਕੋਈ ਕਰੂਡ ਨਹੀਂ ਨਿਕਲਦਾ, ਮਲੇਸ਼ੀਆ 'ਚ ਕੋਈ ਕਰੂਡ ਨਹੀਂ ਨਿਕਲਦਾ। ਤਾਂ ਇਹਨਾਂ ਨੂੰ ਪੈਟਰੋਲ 13 ਰੁਪਏ, 16 ਰੁਪਏ ਅਤੇ 23 ਰੁਪਏ ਦੇ ਹਿਸਾਬ ਦੇ ਨਾਲ ਦਿੱਤਾ ਜਾ ਰਿਹਾ ਆ ਪਰ ਲੀਟਰ ਦੇ ਹਿਸਾਬ ਨਾਲ। ਅਤੇ ਇਹ ਹਿੰਦੁਸਤਾਨ ਵਾਸੀਆਂ ਦੇ ਨਾਲ ਸ਼ਰੇਆਮ ਜਿਹੜੀ ਆ ਇੱਕ ਠੱਗੀ ਆ। ਅਤੇ ਤੀਸਰਾ ਮਾਮਲਾ ਜਿਹੜਾ ਹੈ ਮੈਂਗਲੁਰੂ ਰਿਫਾਈਨਰੀ ਦਾ, ਆ ਮੈਂ ਤੁਹਾਨੂੰ ਪੇਪਰ ਦਿਖਾ ਦਿੰਦਾ ਜੀ ਮੈਂਗਲੁਰੂ ਰਿਫਾਈਨਰੀ ਦੇ ਸਭ ਤੋਂ ਪਹਿਲਾਂ। ਅਤੇ ਮੈਂਗਲੁਰੂ ਰਿਫਾਈਨਰੀ ਦੇ ਵਿੱਚ ਬੈਲਜੀਅਮ ਨੂੰ ਇਹ 10 ਰੁਪਏ 75 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ, ਇਹ 10 ਰੁਪਏ 75 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਬੈਲਜੀਅਮ ਨੂੰ ਇਹ ਦੇ ਰਹੇ ਨੇ ਡੀਜ਼ਲ। ਚਾਈਨਾ ਜਿਹੜਾ ਕਿ ਸਾਡਾ ਪ੍ਰਮੁੱਖ, ਜਿੱਥੋਂ ਕਹਿ ਲਓ ਵੀ ਇੰਨਾ ਹੁੰਦਾ, ਮਤਲਬ 10 ਰੁਪਏ 94 ਪੈਸੇ ਦੇ ਲੀਟਰ ਦੇ ਹਿਸਾਬ ਦੇ ਨਾਲ ਚਾਈਨਾ ਨੂੰ, ਜਿਹੜਾ ਸਾਡਾ ਇੰਨਾ ਕੰਪੀਟੀਟਰ ਆ। ਜਾਂ ਮਲੇਸ਼ੀਆ ਨੂੰ 20 ਰੁਪਏ 46 ਪੈਸੇ ਦੇ ਹਿਸਾਬ ਦੇ ਨਾਲ ਜੀ। ਔਰ ਨੀਦਰਲੈਂਡ ਨੂੰ 12 ਰੁਪਏ 32 ਪੈਸੇ ਦੇ ਹਿਸਾਬ ਦੇ ਨਾਲ। ਇਹ ਡੀਜ਼ਲ ਦੀ ਗੱਲ ਕਰ ਰਹੇ ਹਾਂ ਜੀ ਮੈਂ। ਸਿੰਗਾਪੁਰ ਨੂੰ 19 ਰੁਪਏ 6 ਪੈਸੇ ਦੇ ਹਿਸਾਬ ਦੇ ਨਾਲ। ਤੰਜਾਨੀਆ ਨੂੰ 14 ਰੁਪਏ 26 ਪੈਸੇ ਦੇ ਹਿਸਾਬ ਦੇ ਨਾਲ ਜੀ। ਇਹ ਡੀਜ਼ਲ ਇਹਨਾਂ ਕੰਟਰੀਆਂ ਨੂੰ ਦਿੱਤਾ ਜਾ ਰਿਹਾ। ਮੈਂਗਲੁਰੂ ਰਿਫਾਈਨਰੀ ਬਣੀ ਉਹ ਸਾਊਥ ਦੇ ਵਿੱਚ ਰਿਫਾਈਨਰੀ ਆ। ਔਰ UAE ਨੂੰ ਇਹ ਪੈਟਰੋਲ ਜਿਹੜਾ ਆ 21 ਰੁਪਏ 67 ਪੈਸੇ ਦੇ ਹਿਸਾਬ ਦੇ ਨਾਲ ਦਿੰਦੇ ਹੈਗੇ ਆ ਇਹ। ਤੇ ਇਹਨਾਂ ਸਾਰੇ ਰੇਟਾਂ ਦੇ ਤੁਸੀਂ ਕੀ ਕਹਿਣਾ ਚਾਹੁੰਦੇ, ਕਿੰਨਾ ਸਾਡੇ ਦੇਸ਼ ਵਾਸੀਆਂ ਦੇ ਨਾਲ ਕਿੰਨਾ ਧੱਕਾ ਹੋ ਰਿਹਾ ਜਿਸ ਤਰ੍ਹਾਂ ਮੰਗਾਈ? ਨਹੀਂ, ਧੱਕੇ ਦੀ ਗੱਲ ਮੈਂ ਬਾਅਦ ਚੋਂ ਤੁਹਾਡੇ ਨਾਲ ਕਰਦਾ ਹਾਂ। ਪਹਿਲਾਂ ਤੁਸੀਂ ਮੈਨੂੰ ਉਹ ਆਰਡਰ ਦਿਖਾਉਣ ਦਿਓ ਜਿਹੜਾ 2018-19 ਦੇ ਵਿੱਚ ਅਸੀਂ ਆਰਡਰ ਲੜ ਕੇ ਲਿੱਤਾ, ਜਿਹਦੇ ਵਿੱਚ ਇਹ ਕਲੀਅਰ ਹੋਇਆ ਕਿ ਇਹ ਟ੍ਰੇਡ ਸੀਕਰੇਟ ਨਹੀਂ ਹੈ, ਵੀ ਇਹ ਇਨਫੋਰਮੇਸ਼ਨ ਭਾਰਤ ਦਾ ਕੋਈ ਵੀ ਨਾਗਰਿਕ ਲੈ ਸਕਦਾ। ਤੁਸੀਂ ਇਹਨੂੰ ਇਹ ਕਹਿ ਕੇ ਕਿ ਇਹ ਟ੍ਰੇਡ ਸੀਕਰੇਟ ਹੈ, ਤੁਸੀਂ ਛੁਪਾ ਨਹੀਂ ਸਕਦੇ ਇਸ ਇਨਫੋਰਮੇਸ਼ਨ। ਇਹ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਣੀ ਹੈ। ਇਹ ਕੇਸ ਰੋਹਿਤ ਸੱਭਰਵਾਲ ਵਰਸਸ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਚੱਲਿਆ, ਵੱਖਰੀਆਂ ਵੱਖਰੀਆਂ ਰਿਫਾਈਨਰੀਆਂ ਦੇ ਨਾਲ ਚੱਲਿਆ। ਅਤੇ ਇਹ ਜਿਹੜਾ ਇਹਦੇ ਵਿੱਚ ਅੱਜ 5-6 ਪੇਜਾਂ ਦਾ ਸਟਰਕਚਰ ਪਾਸ ਹੋਇਆ ਆ। ਤਾਂ ਹੁਣ ਧੱਕੇ ਦੀ ਗੱਲ ਇਹ ਆ ਕਿ ਮੰਨ ਲਓ ਜੇ ਕੋਈ ਬੰਦਾ 3000 ਰੁਪਏ ਦਾ ਗੱਡੀ 'ਚ ਪੈਟਰੋਲ ਪਵਾਉਂਦਾ ਜਾਂ ਡੀਜ਼ਲ ਪਵਾਉਂਦਾ, ਤਾਂ ਇਹ ਸਮਝੋ ਵੀ 800 ਰੁਪਏ ਦਾ ਹੀ ਉਹਨੂੰ ਸਮਾਨ ਮਿਲਿਆ, 2200 ਰੁਪਈਆ ਤਾਂ ਉਹਨੇ ਟੈਕਸ ਹੀ ਪੇ ਕਰ ਦਿੱਤਾ ਸਿੱਧੇ ਤੌਰ 'ਤੇ। ਮਹੀਨੇ 'ਚ ਤੁਸੀਂ 3 ਵਾਰੀ 4 ਵਾਰੀ ਜਾਂ 5 ਵਾਰੀ ਗੱਡੀ ਦੀ ਟੈਂਕੀ ਫੁੱਲ ਕਰਾਉਂਦੇ ਹੋ ਤਾਂ ਇਟ ਮੀਨਸ ਤੁਸੀਂ ਇੰਨਾ ਤੁਸੀਂ ਟੈਕਸ ਦੇ ਦਿੱਤਾ। ਸਾਡਾ ਕੀ ਕਸੂਰ ਆ? ਅਸੀਂ ਭਾਰਤੀ ਹਾਂ, ਤਾਂ ਕਰਕੇ ਸਾਨੂੰ ਇਹ ਮਹਿੰਗਾ ਦਿੱਤਾ ਜਾ ਰਿਹਾ। ਅਤੇ ਬਾਹਰਲੇ ਦੇਸ਼ਾਂ ਨੂੰ 6 ਰੁਪਏ ਤੋਂ ਲੈ ਕੇ 20, 22, 25 ਰੁਪਏ ਤੱਕ ਦਿੱਤਾ ਜਾ ਰਿਹਾ। ਅਤੇ ਸਾਨੂੰ ਇਹੀ ਚੀਜ਼ 84-85 ਤੋਂ ਲੈ ਕੇ 95 ਤੋਂ ਲੈ 95-96 ਰੁਪਏ ਤੱਕ ਦਿੱਤੀ ਜਾ ਰਹੀ ਆ। ਇੰਨਾ ਹਿਊਜ ਟੈਕਸ ਗੌਰਮੈਂਟ ਸਾਡੇ 'ਤੇ ਲਾ ਰਹੀ ਹੈ। ਇਹ ਟੈਕਸ ਤਾਂ ਇੰਨਾ ਜਿਹੜਾ ਔਰੰਗਜ਼ੇਬ ਦੇ ਟਾਈਮ 'ਤੇ ਜਾਂ ਕਹਿ ਲਓ ਵੀ ਮੁਗਲਾਂ ਦੇ ਟਾਈਮ ਦੇ ਉੱਤੇ ਇੰਨਾ ਟੈਕਸ ਲੱਗਦਾ ਹੁੰਦਾ ਸੀ, ਜਾਂ ਅੰਗਰੇਜ਼ਾਂ ਦੇ ਵੇਲੇ ਇੰਨੇ ਟੈਕਸ ਲੱਗਦੇ ਹੁੰਦੇ ਸੀ। ਆ ਪਹਿਲੀ ਵਾਰੀ ਦੇਖਿਆ ਵੀ ਇੰਨਾ ਟੈਕਸ ਜਿਹੜਾ ਤੁਸੀਂ ਇਹਨੂੰ ਸਿੱਧੇ ਤਰੀਕੇ ਦੇ ਨਾਲ ਗੌਰਮੈਂਟ GST ਦੇ ਦਾਇਰੇ ਦੇ ਵਿੱਚ ਲੈ ਕੇ ਕਿਉਂ ਨਹੀਂ ਆਉਂਦੀ, ਤਾਂ ਕਿ ਲੋਕਾਂ ਨੂੰ ਰਿਲੀਫ ਮਿਲੇ। ਜੋ ਭਾਅ ਤੁਹਾਡਾ ਪਿਆ ਤੁਸੀਂ ਉਹਦੇ ਵਿੱਚ ਆਪਣਾ ਕੰਪਨੀਆਂ ਜੈਨੂਅਨ ਪ੍ਰੋਫਿਟ ਐਡ ਕਰਕੇ 28% GST ਲਾ ਕੇ ਸਰਕਾਰ ਆਪਣਾ ਤੁਸੀਂ ਸਾਨੂੰ ਪੈਟਰੋਲ ਡੀਜ਼ਲ ਦਿਓ, ਤਾਂ ਮੈਂ ਦਾਅਵਾ ਕਰਦਾ ਕਿ ਇਹ ਜਿਹੜਾ ਇਹਦਾ ਰੇਟ ਹੈ ਪੈਟਰੋਲ ਦਾ ਔਰ ਡੀਜ਼ਲ ਦਾ 50 ਰੁਪਏ ਤੋਂ ਥੱਲੇ ਆ ਜਾਏਗਾ। ਜਿਵੇਂ ਲੋਕ ਨੇ ਜਿਹੜੇ ਪ੍ਰਦਰਸ਼ਨ ਵੀ ਕਰ ਰਹੇ ਨੇ, ਅੱਜ ਵੀ ਇਹੀ ਮੁੱਦਾ ਬਣਿਆ ਹੋਇਆ, ਹੌਟ ਟੌਪਿਕ ਬਣਿਆ ਹੋਇਆ ਪੈਟਰੋਲ ਤਾਂ ਡੀਜ਼ਲ ਦਾ ਰੇਟ। ਜਿਵੇਂ ਸੂਬਾ ਸਰਕਾਰ ਦੇ ਵਿੱਚ ਸਿਆਸੀ ਧਿਰਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ, ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਨੂੰ ਵੱਲੋਂ ਵੀ ਕੁਝ ਟੈਕਸ ਕੰਪਨੀਆਂ 'ਤੇ ਲਾਏ ਗਏ ਨੇ। ਸੈਂਟਰ ਦੇ ਬਾਹਰ ਵੀ ਕੁਝ ਆਮ ਲੋਕ, ਸਿਆਸੀ ਪਾਰਟੀਆਂ ਪ੍ਰਦਰਸ਼ਨ ਕਰ ਰਹੀਆਂ ਪੈਟਰੋਲ ਡੀਜ਼ਲ ਦੇ ਰੇਟ ਨੂੰ ਲੈ ਕੇ। ਮਹਿੰਗਾਈ ਵੱਧ ਰਹੀ ਹੈ, ਕੀ ਸੋਚਦੇ ਹੋ ਵੀ ਸਰਕਾਰਾਂ ਦੇ ਨੂੰ ਕਿਤੇ ਪਹਿਲਾਂ ਦੱਸੋ ਪ੍ਰਦਰਸ਼ਨ ਕੌਣ ਕਿਹਦੇ ਖਿਲਾਫ ਕਰ ਰਿਹਾ? ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਕਰ ਰਹੀ ਹੈ। ਲੁੱਟ ਤਾਂ ਦੋਨੋਂ ਹੀ ਰਹੇ ਨੇ।
ਲੁੱਟ ਤਾਂ ਦੋਨੇ ਰਹੇ ਨੇ। ਪੰਜਾਬ ਸਰਕਾਰ ਕਿਹੜਾ ਟੈਕਸ ਘੱਟ ਲੈ ਰਹੀ ਆ, ਜਾਂ ਸੈਂਟਰ ਗੌਰਨਮੈਂਟ ਕਿਹੜਾ ਘੱਟ ਕਰ ਰਹੀ ਆ? ਘੱਟ ਕੋਈ ਵੀ ਨਹੀਂ ਕਰਦਾ ਪਿਆ, ਪਿਸਦਾ ਤਾਂ ਆਮ ਆਦਮੀ ਪਿਆ। ਅਗਰ ਅੱਜ ਇਹਦੇ ਰੇਟ ਘੱਟ ਹੋ ਜਾਣ ਤਾਂ ਇਹਦਾ ਸਿੱਧੇ ਤੌਰ ਦੇ ਉੱਤੇ ਬੈਨੀਫਿਟ ਜਿਹੜਾ ਆ ਲੋਕਾਂ ਨੂੰ ਮਿਲੇਗਾ। ਇਹਦੇ ਨਾਲ ਮਹਿੰਗਾਈ ਜਿਹੜੀ ਆ ਉਹਦੇ ਵਿੱਚ ਇੱਕਦਮ ਗਿਰਾਵਟ ਆ ਜਾਏਗੀ। ਜਿੰਨੀ ਟਰਾਂਸਪੋਰਟੇਸ਼ਨ ਆ, ਜਿਵੇਂ ਤੁਸੀਂ ਘਿਓ, ਤੇਲ, ਸਾਬਣ, ਦਾਲਾਂ ਸਭ ਟਰਾਂਸਪੋਰਟ ਹੋ ਕੇ ਤਾਂ ਆਉਂਦੀਆਂ ਨਾ ਸਾਡੇ ਕੋਲੇ, ਤਾਂ ਉਹ ਸਾਰੀ ਕਾਸਟ ਜਿਹੜੀ ਹੈ ਟਰਾਂਸਪੋਰਟੇਸ਼ਨ ਦੀ ਇਹਦੇ 'ਤੇ ਪੈ ਜਾਏਗੀ। ਟੂਰਿਜ਼ਮ ਜਿੰਨਾ ਮਹਿੰਗਾ ਹੋ ਰਿਹਾ ਆ, ਟੈਕਸੀਆਂ ਟੁਕਸੀਆਂ ਜਿੰਨੀਆਂ ਮਤਲਬ ਚੱਲਦੀਆਂ ਪਈਆਂ ਨੇ ਟੂਰਿਜ਼ਮ ਦੇ ਹਿਸਾਬ ਦੇ ਨਾਲ, ਇਹਦੇ ਰੇਟਾਂ ਦੇ ਵਿੱਚ ਬਹੁਤ ਵੱਡਾ ਫਰਕ ਪੈ ਜਾਏਗਾ। ਟੂਰਿਜ਼ਮ ਇਹਦੇ ਨਾਲ ਵਧੇਗਾ, ਇਹਦੇ ਰੇਟ ਘਟਣ ਦੇ ਨਾਲ ਲੋਕਾਂ ਦੀ ਜੇਬ ਦੇ ਉੱਤੇ ਸਿੱਧਾ ਮੁਨਾਫਾ ਆਏਗਾ। ਬੀਜੇਪੀ ਦੇ ਨਾਲ ਜਦੋਂ ਸੀ ਉਦੋਂ ਵੀ, ਕਾਂਗਰਸ ਸਰਕਾਰ ਵੀ, ਕੋਈ ਪੋਲੀਟੀਕਲ ਪਾਰਟੀ ਕਿਸੇ ਦਾ ਕੋਈ ਵਿਰੋਧ ਨਹੀਂ ਕਰ ਰਹੀ ਹੈਗੀ। ਸਿਰਫ ਜਿਹੜਾ ਆ ਧੱਕਾ ਆਮ ਲੋਕਾਂ ਨਾਲ ਹੋ ਰਿਹਾ ਆ। ਤੇ ਜਿਵੇਂ ਤੁਸੀਂ ਸਟਰਕਚਰ ਵੀ ਪਾਸ ਕਰਾਇਆ, ਜੇ ਕੋਈ ਹੁਣ ਇਹਦੀ ਕੋਈ ਸੂਚਨਾ ਦੇ ਅਧਿਕਾਰ ਤਹਿਤ ਸੂਚਨਾ ਮੰਗਣਾ ਚਾਹੇ ਤੇ ਉਹਨੂੰ ਆਸਾਨੀ ਨਾਲ ਵੀ ਮਿਲ ਸਕਦੀ ਹੈ, ਜਿਸ ਤਰ੍ਹਾਂ ਨਾਲ ਪਹਿਲਾਂ ਨਹੀਂ ਤੁਹਾਨੂੰ ਵੀ ਟ੍ਰੇਡ ਸੀਕ੍ਰੇਟ ਦੀ ਗੱਲ ਕੀਤੀ ਜਾ ਰਹੀ ਸੀਗੀ, ਤੁਸੀਂ CAC ਗਿਆ ਉਦੋਂ ਬਾਅਦ ਹੋਇਆ ਇਹਦੇ ਬਾਰੇ? ਇਹ ਸਾਰੇ ਕਾਗਜ਼ ਜਦੋਂ ਮੀਡੀਆ ਦੇ ਵਿੱਚ ਕਵਰੇਜ ਹੋ ਜਾਂਦੀ ਆ, ਸਾਰੇ ਦੇ ਸਾਰੇ ਪੇਪਰਸ ਮੈਂ ਆਪਣੇ ਫੇਸਬੁੱਕ ਦਾ ਜਿਹੜਾ ਮੇਰਾ ਰੋਹਿਤ ਸੱਭਰਵਾਲ RTI ਐਕਟਿਵਿਸਟ ਨਾਂ 'ਤੇ ਪੇਜ ਹੈ ਮੇਰਾ, ਉਹਦੇ 'ਤੇ ਮੈਂ ਸਾਰੀ ਇਨਫੋਰਮੇਸ਼ਨ ਇਹ ਪਾ ਦੇਣੀ ਆ ਸਕੈਨ ਕਰਵਾ ਕੇ, ਜੇ ਅਲੋਂਗ ਵਿਦ ਐਪਲੀਕੇਸ਼ਨ। ਜਿਹਨੂੰ ਲੋੜ ਆ ਇੰਡੀਆ 'ਚ ਜਿੱਥੇ ਮਰਜ਼ੀ ਬੈਠਾ ਉਹ ਐਪਲੀਕੇਸ਼ਨ ਫਾਈਲ ਕਰ ਸਕਦਾ, ਔਰ ਸਾਰੀ ਲੈਂਗੁਏਜ ਐਜ਼ ਇਟ ਯੂਜ਼ ਕਰਨੀ ਆ, ਜਿੱਦਾਂ ਦੀ ਲੈਂਗੁਏਜ ਇਹਦੇ ਵਿੱਚ ਯੂਜ਼ ਕੀਤੀ ਆ। ਆਰਡਰਾਂ ਦੀ ਕਾਪੀ ਵੀ ਨਾਲ ਲਗਾ ਰਹੇ ਆ। ਜੇ ਫਿਰ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ ਤਾਂ 9417570000 ਮੇਰਾ ਮੋਬਾਈਲ ਨੰਬਰ ਆ, ਤੁਸੀਂ ਮੇਰੇ ਮੋਬਾਈਲ 'ਤੇ ਗੱਲ ਕਰ ਲਓ। ਤੁਹਾਨੂੰ WhatsApp ਦੇ ਉੱਤੇ ਇਨਫੋਰਮੇਸ਼ਨ ਚਾਹੀਦੀ ਹੈ, ਮੈਂ ਤੁਹਾਨੂੰ WhatsApp ਕਰ ਦਿਆਂਗਾ। ਬਾਕੀ ਮੇਰੇ ਫੇਸਬੁੱਕ ਪੇਜ ਦੇ ਉੱਤੇ ਤਾਂ ਇਨਫੋਰਮੇਸ਼ਨ ਆਲਰੇਡੀ ਇਹ ਪਈ ਹੋਈ ਆ। ਤਾਂ ਹੁਣ ਮੈਂ ਕਹਿੰਦਾ ਕਿ ਲੋਕਾਂ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਆਪਣੇ ਮੈਂਬਰ ਪਾਰਲੀਮੈਂਟਸ ਨੂੰ, ਆਪਣੇ MLAs ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਕਿੰਨੀ ਵਾਰੀ ਇਸ ਗੱਲ ਨੂੰ ਉਠਾਇਆ, ਜਾਂ ਕਿੰਨੀ ਵਾਰੀ ਇਸ ਗੱਲ ਨੂੰ ਲੈ ਕੇ ਕੁਐਸਚਨ ਪੁੱਟ ਕੀਤਾ ਕਿ ਇਹਨਾਂ ਚੀਜ਼ਾਂ ਨੂੰ GST ਦੇ ਐਂਬਿਟ 'ਚ ਲੈ ਕੇ ਆਓ ਅਤੇ ਇਹਨੂੰ ਬਾਹਰ ਕੱਢੋ, ਵੀ ਇਹ ਤਾਂ ਸਿੱਧੇ ਤੌਰ ਦੇ ਉੱਤੇ ਲੋਕਾਂ ਨਾਲ ਲੁੱਟ ਹੋ ਰਹੀ ਹੈ। ਕਿਉਂਕਿ ਜਦੋਂ ਤੱਕ ਨਹੀਂ ਪਤਾ ਸੀ ਤਾਂ ਨਹੀਂ ਪਤਾ ਸੀ, ਹੁਣ ਤਾਂ ਇਹ ਚੀਜ਼ਾਂ ਪਤਾ ਲੱਗ ਗਈਆਂ, ਹੁਣ ਤਾਂ ਚੀਜ਼ਾਂ ਇਹ ਸਾਹਮਣੇ ਆ ਗਈਆਂ। ਅਤੇ ਹੁਣ ਕਿੰਨੀ ਦੇਰ ਤੱਕ ਹੋਰ ਸਾਡਾ ਸ਼ੋਸ਼ਣ ਹੁੰਦਾ ਰਹੂਗਾ, ਕੁਐਸਚਨ ਤਾਂ ਇਹ ਹੈ। ਬਿਲਕੁਲ, ਅਸੀਂ ਰੋਹਿਤ ਸੱਭਰਵਾਲ ਜੀ ਨਾਲ ਗੱਲ ਕੀਤੀ, ਕਿਸ ਤਰ੍ਹਾਂ ਉਹਨਾਂ ਦੱਸਿਆ। ਅਸੀਂ ਵੀ ਦੱਸਣਾ ਚਾਹਾਂਗੇ, ਜਿਸ ਤਰ੍ਹਾਂ ਨਾਲ ਭਾਰਤ ਪੈਟਰੋਲੀਅਮ ਦੇ ਰੇਟ ਸਾਹਮਣੇ ਆਏ ਨੇ, ਹੈਰਾਨੀ ਹੁੰਦੀ ਹੈ। ਜਿਸ ਤਰ੍ਹਾਂ ਨਾਲ ਬੰਗਲਾਦੇਸ਼, ਬ੍ਰਾਜ਼ੀਲ, ਮਾਲਟਾ, ਨੀਦਰਲੈਂਡ, ਤੁਰਕੀ, ਇਹਨਾਂ ਨੂੰ ਜਿਹੜਾ ਹੈਗਾ ਡੀਜ਼ਲ ਦੇ ਰੇਟਾਂ ਦੀ ਗੱਲ ਕਰੀਏ, 12 ਰੁਪਏ 34 ਪੈਸੇ, 31 ਰੁਪਏ 25 ਪੈਸੇ, ਅਲੱਗ-ਅਲੱਗ ਰੇਟਾਂ ਦੇ ਨਾਲ ਜਿਹੜਾ ਬੜਾ ਘੱਟ ਭਾਅ ਦੇ ਉੱਤੇ ਡੀਜ਼ਲ ਪੈਟਰੋਲ ਦਿੱਤੇ ਜਾ ਰਹੇ ਨੇ। ਜਦਕਿ ਸਾਡੇ ਦੇਸ਼ ਦੇ ਲੋਕਾਂ ਨੂੰ ਜਿਹੜਾ ਡੀਜ਼ਲ ਅਤੇ ਪੈਟਰੋਲ ਉਹ ਰੇਟ 'ਤੇ ਵੇਚਿਆ ਜਾ ਰਿਹਾ ਹੈਗਾ। ਸਰਕਾਰ ਖੁਦ ਮੁਨਾਫਾਖੋਰੀ ਕਰ ਰਹੀ ਹੈ, ਜਦਕਿ ਸਰਕਾਰਾਂ ਲੋਕਾਂ ਦੀ ਹੈਲਪ ਲਈ ਹੁੰਦੀਆਂ ਨੇ, ਸਰਕਾਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਨੇ, ਸਰਕਾਰਾਂ ਹਮੇਸ਼ਾ ਹੀ ਆਮ ਜਨਤਾ ਦਾ ਧਿਆਨ ਰੱਖਦੀਆਂ ਨੇ। ਲੇਕਿਨ ਪਰ ਇਹ ਸਰਕਾਰ, ਸਾਡੇ ਦੇਸ਼ ਦੀ ਸਰਕਾਰ ਵੱਲੋਂ ਬਿਲਕੁਲ ਇਸ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਕਰਕੇ ਆਮ ਲੋਕ ਪਿਸ ਰਹੇ ਨੇ, ਮਹਿੰਗਾਈ ਨਾਲ ਪਿਸ ਰਹੇ ਨੇ। ਆਮ ਲੋਕਾਂ ਨੂੰ ਮਹਿੰਗੇ ਭਾਅ 'ਤੇ ਡੀਜ਼ਲ ਪੈਟਰੋਲ ਖਰੀਦਣਾ ਪੈ ਰਿਹਾ, ਜਦਕਿ ਵਿਦੇਸ਼ਾਂ ਨੂੰ ਜਿਹੜਾ ਡੀਜ਼ਲ ਅਤੇ ਪੈਟਰੋਲ ਆ ਘੱਟ ਰੇਟਾਂ 'ਤੇ ਭੇਜਿਆ ਰਿਹਾ। ਸਾਡੇ ਦੇਸ਼ ਦੇ ਵਿੱਚ 84 ਰੁਪਏ ਡੀਜ਼ਲ, 93 93 ਤੋਂ 95 ਰੁਪਏ ਤੱਕ, 97 ਰੁਪਏ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੈਟਰੋਲ ਵਿਕ ਰਿਹਾ। ਜੇਕਰ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ, ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਲੋਕ ਵਿਦਰੋਹ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਸੋ ਇੱਕ ਵੱਡਾ ਖੁਲਾਸਾ ਹੈਗਾ ਕਿਸ ਤਰ੍ਹਾਂ ਨਾਲ ਵਿਦੇਸ਼ਾਂ ਦੇ ਵਿੱਚ ਘੱਟ ਭਾਅ 'ਤੇ ਡੀਜ਼ਲ ਅਤੇ ਪੈਟਰੋਲ ਜਿਹੜਾ ਵੇਚਿਆ ਜਾ ਰਿਹਾ ਹੈਗਾ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼ ਜੱਸਾ ਦੇ ਨਾਲ ਤਰਸੇਮ ਭਾਰਦਵਾਜ।